ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਈਜ਼ੀ ਲਰਨਿੰਗ ਚੈਨਲ ਵਿੱਚ ਨੀਲਮ ਰੇਜਾ ਵੱਲੋਂ ਤੁਹਾਡਾ ਸਵਾਗਤ ਹੈ। ਬੱਚਿਓ, ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਅੱਗੋਂ ਜਿਹੜੀਆਂ ਮੈਂ ਵੀਡੀਓ ਬਣਾ ਰਹੀ ਹਾਂ ਤੁਹਾਨੂੰ ਆਪਣੇ ਆਪ ਉਹ ਪੁੱਜ ਸਕਣ। ਅੱਜ ਅਸੀਂ 10ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਕਹਾਣੀ ਅੰਗ ਸੰਗ, ਜਿਹੜੀ ਕਿ ਵਰਿਆਮ ਸਿੰਘ ਸੰਧੂ ਜੀ ਵੱਲੋਂ ਲਿਖੀ ਗਈ ਹੈ, ਇਸ ਬਾਰੇ ਵਿਸਥਾਰ ਦੇ ਵਿੱਚ ਪੜ੍ਹਾਂਗੇ। ਇਸ ਕਹਾਣੀ ਦੇ ਵਿੱਚ ਲੇਖਕ ਵਰਿਆਮ ਸਿੰਘ ਜੀ ਨੇ ਕਿਸਾਨ ਪਰਿਵਾਰ ਦੀਆਂ ਤੰਗੀਆਂ, ਮਜਬੂਰੀਆਂ ਅਤੇ ਨਸ਼ਿਆਂ ਦੀਆਂ ਆਦਤਾਂ ਕਾਰਨ ਹੋਈ ਮੰਦਹਾਲੀ ਨੂੰ ਬਿਆਨ ਕੀਤਾ ਹੈ। ਅੰਗ ਸੰਗ ਕਹਾਣੀ ਵਿੱਚ ਕਰਤਾਰ ਸਿੰਘ ਨਸ਼ਿਆਂ ਦਾ ਆਦੀ ਸੀ, ਜਿਸ ਕਾਰਨ ਉਸ ਨੂੰ ਆਪਣੀ ਜ਼ਿੰਦਗੀ ਤੋਂ ਛੋਟੀ ਉਮਰ ਦੇ ਵਿੱਚ ਹੀ ਹੱਥ ਧੋਣੇ ਪਏ। ਉਸ ਦੀ ਮੌਤ ਤੋਂ ਬਾਅਦ ਉਸ ਦਾ ਬਾਪੂ ਅਮਰੀਕ ਸਿੰਘ, ਜੋ ਸਰਕਾਰੀ ਨੌਕਰੀ ਕਰਦਾ ਹੈ ਅਤੇ ਬਹੁਤਾ ਹੀ ਘਰੋਂ ਬਾਹਰ ਰਹਿੰਦਾ ਹੈ, ਉਸ ਦੇ ਸਿਰ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਅਤੇ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ। ਛੋਟੀ ਭੈਣ ਦੀ ਵਿਆਹ ਦੀ ਜ਼ਿੰਮੇਵਾਰੀ ਵੀ ਅਮਰੀਕ ਨੇ ਹੀ ਨਿਭਾਉਣੀ ਸੀ। ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਆਪ ਨੂੰ ਕੋਸਦਾ ਹੈ ਕਿ ਜੇ ਉਹ ਪਿਤਾ ਦੇ ਜਿਉਂਦਿਆਂ ਉਸ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਹ ਦਿਨ ਦੇਖਣੇ ਨਾ ਪੈਂਦੇ। ਬੱਚੋ, ਹੁਣ ਅਸੀਂ ਇਸ ਕਹਾਣੀ ਨੂੰ ਵਿਸਥਾਰ ਦੇ ਵਿੱਚ ਪੜ੍ਹਾਂਗੇ। ਅੱਜ ਭੋਗ ਪੈ ਗਿਆ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬਣਾ ਗਏ। ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪਣੀਆਂ ਮੰਜੀਆਂ 'ਤੇ ਲੇਟਿਆ ਹੋਇਆ ਸੀ। ਇੱਕ ਚੁੱਪ ਹਨੇਰੇ ਵਾਤਾਵਰਨ ਵਿੱਚ ਤਨੀ ਹੋਈ ਸੀ। ਉਹ ਜੋ ਜਾ ਚੁੱਕਾ ਸੀ ਅਜੇ ਹੀ ਮੁਸਕਰਾਉਂਦਾ, ਹੱਸਦਾ, ਗੁੱਸੇ ਹੁੰਦਾ, ਰੋਂਦਾ, ਮੱਝਾਂ ਚੋਂਦਾ, ਪੱਠੇ ਕੁਤਰਦਾ, ਇਹ ਸਾਰੇ ਕੰਮ ਕਰਦਾ ਹੋਇਆ ਉਹਨਾਂ ਨੂੰ ਆਪਣੇ ਆਲੇ ਦੁਆਲੇ ਹੀ ਨਜ਼ਰ ਆ ਰਿਹਾ ਸੀ। ਉਹ ਚੁੱਪ ਬੁੱਲਾਂ ਨਾਲ ਉਸ ਨਾਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ। ਉਹਨਾਂ ਨੂੰ ਲੱਗਦਾ ਸੀ ਕਿ ਜਿਵੇਂ ਉਹ ਗਿਆ ਨਹੀਂ, ਉਹਨਾਂ ਦੇ ਅੰਗ ਸੰਗ ਸੀ। ਐਸੇ ਘਰ ਵਿੱਚ ਉਹਨਾਂ ਦੇ ਕੋਲ ਹੀ ਪਰੇ ਡੰਗਰਾਂ ਕੋਲ ਸੁੱਤਾ ਹੋਇਆ, ਸ਼ਰਾਬ ਵਿੱਚ ਗੁੱਟ ਅਮਰੀਕ, ਜੋ ਸਰਕਾਰੀ ਮੁਲਾਜ਼ਮ ਸੀ, ਲੇਟਿਆ ਹੋਇਆ ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ, ਜਿਹੜੇ ਦਿਨ ਉਸਦੇ ਪਿਤਾ ਕਰਤਾਰ ਸਿੰਘ ਦੀ ਮੌਤ ਤੋਂ ਪਿੱਛੋਂ ਇੱਕ ਕਾਲੇ ਪਰਛਾਵੇ ਵਾਂਗ ਉਸਦੇ ਨਾਲ ਨਾਲ ਤੁਰੇ ਸਨ। ਇਹਨਾਂ ਦਿਨਾਂ ਵਿੱਚ ਉਹ ਆਪਣੀ ਉਮਰ ਨਾਲੋਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ, ਜਿਵੇਂ ਕੁੱਲੇ ਵਰਤ ਨੂੰ ਹਾਲੀ ਜੋਤ ਦਿੱਤਾ ਹੋਵੇ। ਉਸ ਨੂੰ ਤਾਂ ਅਜੇ ਇਸ ਦਾ ਚਿੱਤ ਚੇਤਾ ਹੀ ਨਹੀਂ ਸੀ। ਉਸ ਨੂੰ ਤਾਂ ਛੋਟਾ ਮਹਿੰਦਰ ਲੈਣ ਗਿਆ ਸੀ ਅਤੇ ਉਸ ਤੋਂ ਹੀ ਪਤਾ ਲੱਗਾ ਕਿ ਕਰਤਾਰ ਸਿੰਘ ਨੇ ਖਬਰੇ ਰਾਤੀ ਬਹੁਤਾ ਨਸ਼ਾ ਪੀ ਲਿਆ ਸੀ ਜਾਂ ਖਬਰੇ ਵਾਹ ਵੱਜ ਗਈ ਸੀ। ਸਵੇਰੇ ਜਦੋਂ ਚਾਹ ਬਣਾ ਕੇ ਡੰਗਰਾਂ ਕੋਲ ਸੁੱਤੇ ਨੂੰ ਅਮਰੀਕ ਦੀ ਮਾਂ ਜਾਗੀਰ ਕੋਲ ਜਗਾਉਣ ਗਈ ਤਾਂ ਉਹ ਬੇਹੋਸ਼ ਪਿਆ ਹੋਇਆ ਸੀ। ਸਾਹ ਘਰੜ ਘਰੜ ਕਰਕੇ ਆ ਰਿਹਾ ਸੀ। ਉਸ ਵੇਲੇ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ ਅਤੇ ਉਸ ਦੇ ਜਵਾਬ ਦੇਣ 'ਤੇ ਟੈਕਸੀ ਕਰਕੇ ਉਸ ਨੂੰ ਸ਼ਹਿਰ ਹਸਪਤਾਲ ਦੇ ਲਿਜਾ ਲਿੱਤਾ ਗਿਆ। ਦੂਜੇ ਦਿਨ ਮਹਿੰਦਰ, ਅਮਰੀਕ ਦੀ ਮਾਂ ਅਤੇ ਅਮਰੀਕ ਤਿੰਨੇ ਕਰਤਾਰ ਸਿੰਘ ਦੀ ਲਾਸ਼ ਸ਼ਾਮ ਦੇ ਘੁੰਮਸਵੇਂ ਵਿੱਚ ਪਿੰਡ ਦੇ ਲੈ ਆਏ। ਵੱਡੀ ਬੰਸੋ, ਜੋ ਪਿਓ ਦੀ ਬਿਮਾਰੀ ਸੁਣ ਕੇ ਸਹੁਰਿਓਂ ਆ ਗਈ ਹੋਈ ਸੀ, ਪਿਤਾ ਦੀ ਲਾਸ਼ ਆਈ ਸੁਣ ਕੇ ਚੀਕਾਂ ਮਾਰਦੀ ਹੋਈ ਪਿਓ ਦੀ ਲਾਸ਼ 'ਤੇ ਆ ਡਿੱਗੀ। ਸਾਰਾ ਪਰਿਵਾਰ ਤਾਹਾਂ ਮਾਰ ਰਿਹਾ ਸੀ। ਲੋਕ ਜੁੜ ਗਏ ਸਨ ਅਤੇ ਉਹ ਸਾਰੀ ਰਾਤ ਉਹਨਾਂ ਦੀ ਰੋਂਦਿਆਂ ਗੁਜ਼ਰੀ ਸੀ। ਸਵੇਰ ਨੂੰ ਦੂਜੀ ਕੁੜੀ ਵੀ ਸਹੁਰਿਆਂ ਤੋਂ ਆ ਗਈ ਅਤੇ ਹੋਰ ਰਿਸ਼ਤੇਦਾਰ ਵੀ ਆਉਣ 'ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਸੀ। ਅਮਰੀਕ ਸਿਆਂ, ਫਿਕਰ ਨਾ ਕਰ, ਜੋ ਆਇਆ ਸੋ ਚੱਲਸੀ। ਮਹਾਰਾਜ 'ਚ ਲਿਖਿਆ, ਜਗ ਚੱਲਣੀ ਸਰਾ ਏ, ਉਹਨੂੰ ਲੈ ਬੈਠੇ ਉਹਦੇ ਵੈਲ, ਨਹੀਂ ਤਾਂ ਸਾਡੇ ਤਾਂ ਉਹ ਹੱਥਾਂ 'ਚ ਜੰਮਿਆ ਸੀ। ਮਰਿਆਂ ਨਾਲ ਮਰਿਆ ਨਹੀਂ ਜਾਂਦਾ। ਹੁਣ ਤਾਂ ਸ਼ੇਰਾ ਟੱਬਰ ਦਾ ਭਾਰ ਸਿਰ ਹੈ, ਮਰਦ ਬਣ ਕੇ ਜ਼ਿੰਮੇਵਾਰੀ ਸੰਭਾਲ ਲਈ। ਇਸ ਜ਼ਿੰਮੇਵਾਰੀ ਅਤੇ ਫਰਜ਼ ਦੇ ਅਹਿਸਾਸ ਨੇ ਉਸ ਨੂੰ ਇੱਕ ਤਰ੍ਹਾਂ ਵੱਲ ਪਾ ਲਿਆ ਸੀ, ਨਾਗ ਵਾਂਗੂੰ। ਇਸ ਨਾਗ ਦਾ ਪਹਿਲਾ ਡੰਗ ਉਸ ਨੂੰ ਉਦੋਂ ਵੱਜਾ ਸੀ ਜਦੋਂ ਸੁਸਾਇਟੀ ਦਾ ਇੰਸਪੈਕਟਰ ਕਰਤਾਰ ਸਿੰਘ ਦੀ ਮੌਤ ਤੋਂ ਬਾਅਦ 8ਵੇਂ ਦਿਨ ਪਿੱਛੋਂ ਆਪਣੇ ਅਮਲੇ ਸਮੇਤ, ਯਾਨੀ ਕਿ ਆਪਣੇ ਸਾਰੇ ਸਿਪਾਹੀਆਂ ਨੂੰ ਨਾਲ ਲੈ ਕੇ ਜੀਪ 'ਤੇ ਆਇਆ ਸੀ ਅਤੇ ਉਸਦੇ ਪਿਓ ਦੀ ਮੌਤ ਦਾ ਅਫਸੋਸ ਕਰਨ ਤੋਂ ਪਿੱਛੋਂ ਰਜਿਸਟਰ ਫੋਲ ਕੇ 1650 ਰੁਪਏ ਖਾਦ ਦੇ ਦਰਜੇ ਵਜੋਂ ਉਹਦੇ ਪਿਓ ਦੇ ਨਾਂ ਤੋਂ ਦੱਸਦਿਆਂ ਕਿਹਾ ਸੀ, ਇਹ ਪੈਸੇ ਉਹਨਾਂ ਦੇ ਮਰਨ ਤੋਂ ਪਿੱਛੋਂ ਕਾਨੂੰਨ ਅਨੁਸਾਰ ਤੁਹਾਨੂੰ ਯਕਮੁਸ਼ਤ ਜਮ੍ਹਾਂ ਕਰਵਾਉਣੇ ਪੈਣੇ ਹਨ। ਅਤੇ ਇਹ ਅਮਰੀਕ ਨੂੰ ਅੱਗੋਂ ਕੁਝ ਔੜ ਨਹੀਂ ਸੀ ਰਿਹਾ। ਕੁਝ ਮੋਹਲਤ ਜਾਂ ਰਿਆਇਤ ਮੰਗਣ 'ਤੇ ਨੇ ਕਿਹਾ ਸੀ ਕਿ ਉਹ 2 ਕਿਸ਼ਤਾਂ ਦੇ ਵਿੱਚ ਪੈਸੇ ਚੁਕਤਾ ਕਰ ਦੇਵੇ। ਪਹਿਲੀ ਕਿਸ਼ਤ ਲਈ ਉਸਨੇ 15 ਦਿਨਾਂ ਦੀ ਮੋਹਲਤ ਦਿੱਤੀ ਸੀ। ਇਹ ਰਿਆਇਤ ਵੀ ਉਹ ਮੁਲਾਜ਼ਮ ਭਰਾ ਹੋਣ ਦੇ ਨਾਤੇ ਕਰ ਗਿਆ ਸੀ।
ਛੋਟਾ ਮਹਿੰਦਰ ਕੋਈ ਬਹੁਤਾ ਸਾਊ ਨਹੀਂ ਸੀ ਨਿਕਲਿਆ। ਉਸ ਦਾ ਵਾਹੀ ਵੱਲ ਕੋਈ ਧਿਆਨ ਨਹੀਂ ਸੀ। ਡੰਗਰ ਧੁੱਪੇ ਸੜਦੇ ਰਹਿੰਦੇ। ਉੱਥੇ ਹੀ ਹਜ਼ਾਰੀ ਟੁੰਡੇ ਦੇ ਕੋਠੇ 'ਤੇ ਉੜਦੇ ਕਬੂਤਰਾਂ ਨੂੰ ਆਸਮਾਨ 'ਤੇ ਨਜ਼ਰਾਂ ਗੱਡੀ ਵੇਖਦਾ ਰਹਿੰਦਾ ਸੀ। ਪਿਓ ਨੂੰ ਵੀ ਅੱਗੇ ਸਿੱਧਾ ਆਉਂਦਾ ਸੀ। ਉਸ ਤੋਂ ਮੋਢੇ ਨਾਲ ਮੋਢਾ ਜੋੜ ਕੇ ਸੰਕਟ ਵਿੱਚੋਂ ਲੰਘ ਜਾਣ ਦੀ ਬਹੁਤੀ ਆਸ ਨਹੀਂ ਸੀ। ਉਸ ਤੋਂ ਛੋਟੀ ਕੁੜੀ ਅਜੇ 7ਵੀਂ ਵਿੱਚ ਪੜ੍ਹਦੀ ਸੀ। ਅਮਰੀਕ ਨੇ ਸੋਚਿਆ ਕਿ ਸ਼ੁਕਰ ਰੱਬ ਦਾ ਕਰਤਾਰ ਸਿੰਘ ਦੇ ਵੱਡੀਆਂ ਕੁੜੀਆਂ ਹੱਥੀਂ ਵਿਆਹ ਗਿਆ ਸੀ, ਨਹੀਂ ਤਾਂ ਉਸਦੇ ਹੱਕਾ ਭਰਿਆ ਚੰਗਾ ਸੀ ਜਾਂ ਮਾੜਾ, ਭਾਵੇਂ ਸ਼ਰਾਬ ਪੀਂਦਾ ਸੀ, ਭਾਵੇਂ ਅਫੀਮ ਖਾਂਦਾ ਸੀ। ਅਮਰੀਕ ਨੂੰ ਤਾਂ ਪਿਓ ਦੇ ਜਿਉਂਦਿਆਂ ਪਰਿਵਾਰ ਦਾ ਕੋਈ ਫਿਕਰ ਹੀ ਨਹੀਂ ਸੀ। ਉਹ ਤਾਂ ਮਹੀਨੇ ਪਿੱਛੋਂ ਅੱਧੀ ਤਨਖਾਹ ਆਪਣੇ ਵਰਤਣ ਲਈ ਰੱਖ ਕੇ ਅੱਧੀ ਤਨਖਾਹ ਆਪਣੀ ਮਾਂ ਦੇ ਹੱਥ ਲਿਆ ਰੱਖਦਾ ਸੀ। ਤਨਖਾਹ ਨਾਲ ਅਤੇ ਮਾੜੀ ਚੰਗੀ ਵਾਹੀ ਨਾਲ ਉਹ ਘਰ ਦਾ ਸਾਰਾ ਖਰਚਾ ਯਾਨੀ ਕਿ ਸਾਰਾ ਗੁਜ਼ਾਰਾ ਉਹ ਕਰਦੀ ਸੀ। ਅਮਰੀਕ ਨੇ ਕਦੀ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਘਰ ਦਾ ਸਾਰਾ ਗੁਜ਼ਾਰਾ ਕਿਵੇਂ ਚੱਲ ਰਿਹਾ ਸੀ? ਦਰਅਸਲ ਉਹਨੂੰ ਪਿਓ ਦੇ ਸ਼ਰਾਬ ਪੀਣ ਅਤੇ ਅਫੀਮ ਖਾਣ ਨਾਲ ਇੱਕ ਤਰ੍ਹਾਂ ਦੀ ਚਿੜ ਸੀ। ਜੋ ਮਰਜ਼ੀ ਕਰੋ, ਮੇਰੇ ਵੱਲੋਂ ਉਹਦਾ ਇੰਜ ਦਾ ਜਵਾਬ ਹੁੰਦਾ ਸੀ। ਉਹ ਅੰਦਰੋਂ ਅੰਦਰ ਪਿਓ ਤੋਂ ਦੂਰ ਨਾ ਹੁੰਦਾ, ਖ਼ਬਰੇ ਉਹਨੂੰ ਪਿਆਰ ਕਰਦਾ, ਸਮਝਾਉਂਦਾ ਅਤੇ ਉਸ ਹੱਦ ਤੱਕ ਨਾ ਵੱਧਦਾ ਜਿਸ ਹੱਦ ਨੂੰ ਲੰਘ ਕੇ ਉਹ ਸ਼ਰਾਬ ਵਿੱਚ ਰੁੜ ਗਿਆ ਸੀ। ਉਹਨੂੰ ਆਪਣੇ ਆਪ ਵੀ ਪਿਓ ਦੀ ਮੌਤ ਦਾ ਇੱਕ ਕਾਰਨ ਲੱਗਾ। ਉਹਦੀਆਂ ਅੱਖਾਂ ਵਿੱਚ ਪਾਣੀ ਤੁਰ ਆਇਆ। ਉਸਨੇ ਅੱਖਾਂ ਘੁੱਟ ਕੇ ਮੀਚੀਆਂ, ਫਿਰ ਖੋਲ੍ਹੀਆਂ। ਅੱਖਾਂ ਵਿਚਲੇ ਪਾਣੀ ਕਰਕੇ ਆਸਮਾਨ ਦੇ ਤਾਰੇ ਧੁੰਦਲੇ ਹੋ ਗਏ ਸਨ। ਕਈ ਸਾਲਾਂ ਤੋਂ ਇਹ ਪਿਓ ਨਾਲ ਘੁੱਟਿਆ ਰਿਹਾ ਸੀ। ਉਹਨਾਂ ਇੱਕ ਦੂਜੇ ਨਾਲ ਕਦੀ ਵੱਧ ਘੱਟ ਹੀ ਦਿਲ ਦੀ ਵੀ ਗੱਲ ਕੀਤੀ ਸੀ। ਉਸਨੂੰ ਕਈ ਅਜਿਹੇ ਪਿਓ ਪੁੱਤਾਂ ਦਾ ਖਿਆਲ ਆਇਆ ਜੋ ਇੱਕ ਦੂਜੇ ਨਾਲ ਦੋਸਤਾਂ ਵਾਂਗ ਹੱਸਦੇ, ਪਿਆਰ ਕਰਦੇ, ਗੱਲਾਂ ਕਰਦੇ ਸਨ। ਉਹ ਵੀ ਤਾਂ ਇੰਜ ਕਰ ਸਕਦਾ ਸੀ, ਪਰ ਉਹ ਕੁਝ ਵੀ ਨਹੀਂ ਸਨ ਕਰ ਸਕੇ ਅਤੇ ਉਹਦਾ ਪਿਓ ਤੁਰ ਗਿਆ ਸੀ। ਛੋਟੀ ਉਮਰ ਵਿੱਚ ਹੀ 45 ਸਾਲ ਦੀ ਕੋਈ ਉਮਰ ਹੁੰਦੀ ਹੈ। ਉਹਦੇ ਅੰਦਰ ਭਰਵੀਂ ਗੰਜ ਜਾਗੀ। ਕਾਸ਼ ਕਿਤੇ ਉਹਦਾ ਪਿਓ ਜਿਉਂਦਾ ਹੋ ਜਾਵੇ ਅਤੇ ਉਸ ਨਾਲ ਇੰਨਾ ਪਿਆਰ ਕਰੇ ਅਤੇ ਉਹ ਦੂਰ ਬਚਪਨ ਵਿੱਚ ਗੁਆਚ ਗਿਆ। ਨਿੱਕੀ ਨਿੱਕੀ ਦਾੜ੍ਹੀ ਵਾਲਾ ਉਹਦਾ ਪਿਓ ਉਸਨੂੰ ਪਹਿਲੀ ਜਮਾਤ ਵਿੱਚ ਦਾਖਲ ਕਰਾਉਣ ਗਿਆ ਤਾਂ ਮਾਸਟਰ ਮੁਲਖ ਰਾਜ ਅਮਰੀਕ ਨੂੰ ਉਨੀ ਪਿੱਠ ਥਾਪੜਦਿਆਂ ਕਹਿ ਰਿਹਾ ਸੀ, ਆਹ ਵੇਖ ਤੇਰੇ ਜਿੱਡੇ ਸਾਡੇ ਮੁੰਡੇ, ਉਹ ਵੇਖ ਖੁਸ਼ੀਏ ਦਾ ਮੁੰਡਾ, ਤੇਰੇ ਤੋਂ ਵੀ ਛੋਟਾ ਉਹ ਮੁੰਡਿਓ, ਮਰੀਕੇ ਦਾ ਪਿਓ ਵੀ ਮੇਰੇ ਕੋਲ ਪੜ੍ਹਦਾ ਰਿਹਾ ਜੇ ਤੇ ਹੁਣ ਮਰੀਕ ਸਰਦਾਰ ਵੀ ਪੜ੍ਹਿਆ ਕਰੂ। ਆ ਜਾ ਪੁੱਤਰਾ ਆ ਜਾ। ਅਤੇ ਅਮਰੀਕ ਨੂੰ ਲੱਗਾ ਉਹਦਾ ਪਿਓ ਵਗਦੇ ਦਰਿਆ ਵਿੱਚ ਉਹਨੂੰ ਅਕੇਲਿਆਂ ਛੱਡ ਕੇ ਪੱਲੇ ਬੰਨ੍ਹ 'ਤੇ ਖਲੋਤਾ ਹੱਸ ਰਿਹਾ ਸੀ। ਕੱਕੀ ਦਾੜ੍ਹੀ ਅਤੇ ਨਿੱਕੀਆਂ ਨਿੱਕੀਆਂ ਮੁੱਛਾਂ ਵਾਲਾ, ਜਿਸ ਨੂੰ ਕਦੀ ਉਹ ਬੜਾ ਪਿਆਰ ਕਰਦਾ ਸੀ, ਜਿਹੜਾ ਅਜੇ ਵੀ ਛਾਲਾਂ ਮਾਰਦਾ ਸੀ ਅਤੇ ਸਾਰਿਆਂ ਤੋਂ ਅੱਗੇ ਡਿੱਗਦਾ ਸੀ ਅਤੇ ਫਿਰ ਹੋਰਨਾਂ ਨੂੰ ਹੱਸ ਕੇ ਕਹਿੰਦਾ ਸੀ, ਅਸੀਂ ਤਾਂ ਜੀ ਜੰਤ ਵਾਲੇ ਹੋ ਗਏ। ਆਹ ਹੁਣ ਸਾਥੋਂ ਛਾਲਾਂ ਕਿੰਜ ਵੱਜਦੀਆਂ ਬੁੱਢਿਆਂ ਬੰਦਿਆਂ ਤੋਂ। ਫਿਰ 6-7 ਸਾਲ ਦੇ ਅਮਰੀਕ ਦੀ ਪਿੱਠ ਥਾਪੜ ਕੇ ਆਖਦਾ, ਤੂੰ ਮਾਰਿਆ ਕਰ ਛਾਲਾਂ ਪੁੱਤਰਾ, ਹੁਣ ਸਾਡੀ ਥਾਂ 'ਤੇ ਬੁੱਢਿਆਂ ਬੰਦਿਆਂ ਦੀ ਤੇ ਕਈ ਸਾਲ ਅਮਰੀਕ ਇਹ ਉਡੀਕਦਾ ਰਿਹਾ ਸੀ ਕਿ ਉਸਦਾ ਪਿਓ ਬੁੱਢਾ ਹੋਵੇ, ਉਹਦੀ ਦਾੜ੍ਹੀ ਦੇ ਵਿੱਚ ਧੋਲੇ ਮਤਲਬ ਚਿੱਟੇ ਵਾਲ ਆਉਣ। ਕਿਉਂਕਿ ਜਦੋਂ ਕੋਈ ਨਵਾਂ ਆਇਆ ਮਾਸਟਰ ਜਾਂ ਅਜਨਬੀ ਬੰਦਾ ਅਮਰੀਕ ਕੋਲ ਉਸਦੇ ਪਿਓ ਬਾਰੇ ਪੁੱਛਦਾ ਤਾਂ ਇਹੋ ਆਖਦਾ, ਉਹ ਤੇਰਾ ਵੱਡਾ ਭਰਾ ਹੈ। ਅਤੇ ਅਮਰੀਕ ਨੂੰ ਇਹ ਚੰਗਾ ਨਾ ਲੱਗਦਾ। ਉਹਦਾ ਪਿਓ ਨਹੀਂ ਲੱਗਦਾ, ਭਰਾ ਕਿਉਂ ਲੱਗਦਾ ਹੈ? ਅਤੇ ਉਹ ਸੋਚਦਾ ਸਾਰੇ ਪਿਓਆਂ ਨੂੰ ਸਿਆਣੇ ਧੋਲੀ ਦਾੜ੍ਹੀ ਵਾਲੇ ਹੋਣਾ ਚਾਹੀਦਾ ਹੈ। ਧੋਲੀ ਦਾੜ੍ਹੀ ਮਤਲਬ ਚਿੱਟੀ ਦਾੜ੍ਹੀ ਵਾਲੇ। ਅਤੇ ਛਾਲਾਂ ਮਾਰਦੇ ਅਮਰੀਕ ਨੇ ਪਿਓ ਨੂੰ ਕੋਈ ਬਜ਼ੁਰਗ ਹੱਸ ਕੇ ਕਹਿੰਦਾ, ਪੁੱਤਰਾ ਆਉਂਦੀਆਂ ਗੱਲਾਂ ਤੈਨੂੰ ਤੇਰੇ ਸਿੰਘਾਂ 'ਤੇ ਅਜੇ ਜਦੋਂ ਸਿਰ 'ਤੇ ਪਈ ਫਿਰ ਵੇਖੀ। ਦੇ ਸੀਸਾਂ ਪਿਓ ਦੇ ਸਿਰ ਨੂੰ, ਜਿਹੜਾ ਸਿੰਗਾਪੁਰ ਤੋਂ ਪੈਸੇ ਘੱਲੀ ਰੱਖਦਾ ਹੈ। ਅਤੇ ਉਹ ਸੋਚੀ ਪਿਓ ਦੇ ਸਿਰ 'ਤੇ ਐਸ਼ ਲੈਂਦਾ ਰਿਹਾ ਸੀ। ਜ਼ਮੀਨ ਹਿੱਸੇ ਦੀ ਠੇਕੇ 'ਤੇ ਦੇ ਛੱਡਦਾ ਅਤੇ ਆਪਣੇ ਆਪ ਪਿੰਡ ਦੀਆਂ ਟਾਹਣੀਆਂ ਵਿੱਚ ਘੋੜਾ ਬੇਸਕੀ ਦੀ ਲਿਸ਼ਕਦੀ ਕਮੀਜ਼ ਪਾਈ, ਸਿਰ 'ਤੇ ਗਾਜਰੀ ਪੱਗ ਬੰਨ੍ਹੀ ਫਿਰਦਾ ਰਹਿੰਦਾ। ਉਸ ਦੇ ਹੱਥਾਂ ਵਿੱਚ ਤੇਲ ਨਾਲ ਲਿਸ਼ਕਦੀ ਸੰਮਾਂ ਵਾਲੀ ਡਾਂਗ ਹੁੰਦੀ। ਯਾਰ ਬੇਲੀ ਪੈਸੇ ਵਾਲਾ ਆਦਮੀ ਕਹਿ ਕੇ ਉਸ ਦੇ ਖਾਂਦੇ ਰਹਿੰਦੇ। ਅਮਰੀਕ ਨੂੰ ਯਾਦ ਸੀ ਕਿ ਉਸਦੇ ਪਿਓ ਦੇ ਨਿੱਕੇ ਨਿੱਕੇ ਕਈ ਸ਼ੁਗਲ ਪਾਲ ਰੱਖੇ ਸਨ। ਛਾਲਾਂ ਮਾਰਨ ਅਤੇ ਕੌਡੀ ਖੇਡਣ ਤੋਂ ਬਿਨਾਂ ਉਸ ਨੇ ਵਧੀਆ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਸਨ ਅਤੇ ਢਾਣੀਆਂ ਬੰਨ੍ਹ ਕੇ ਸ਼ਿਕਾਰ ਨੂੰ ਤੁਰਿਆ ਰਹਿੰਦਾ। ਉਦੋਂ ਅਜੇ ਨਵੀਆਂ ਖਾਦਾਂ ਅਤੇ ਬੀਜ ਤੁਰੇ ਨਹੀਂ ਸਨ। ਇਸ ਲਈ ਕਰਤਾਰ ਸਿੰਘ ਨੂੰ ਜ਼ਮੀਨ ਖਰੀਦਣ ਦਾ ਕੋਈ ਲਾਲਚ ਨਹੀਂ ਸੀ, ਕਿਉਂਕਿ ਇਹ ਕੋਈ ਬਹੁਤੀ ਆਮਦਨ ਦਾ ਵਸੀਲਾ ਮਤਲਬ ਜ਼ਰੀਆ ਨਹੀਂ ਸੀ। ਸ਼ਾਇਦ ਉਸ ਦੀ ਵੀ ਬਹੁਤੀ ਆਮਦਨ ਕਮਾਉਣ ਵੱਲ ਉਸਦਾ ਰੁਝਾਨ ਨਹੀਂ ਸੀ। ਰੁਝਾਨ ਮਤਲਬ ਇੰਟਰਸਟ, ਰੁਚੀ ਨਹੀਂ ਸੀ। ਇੰਜ ਪਿਓ ਵੱਲੋਂ ਭੇਜੇ ਪੈਸੇ ਉਹ
ਗੁਲਸ਼ਰਿਆਂ ਵਿੱਚ ਹੀ ਉਡਾ ਦਿੰਦਾ ਸੀ, ਯਾਨੀ ਕਿ ਮੌਜ ਮਸਤੀ ਦੇ ਵਿੱਚ ਹੀ ਉਡਾ ਦਿੰਦਾ ਸੀ। ਪਰ ਪਿੰਡ ਵਿੱਚ ਉਸ ਦੀ ਇੱਜ਼ਤ ਬਣੀ ਹੋਈ ਸੀ। ਵਧੀਆ ਖਿਡਾਰੀ ਹੋਣ ਕਰਕੇ, ਚਿੱਟੇ ਕੱਪੜਿਆਂ ਕਰਕੇ, ਪੈਸੇ ਵਾਲੇ ਦਾ ਪੁੱਤ ਕਰਕੇ ਅਤੇ 4 ਬੰਦੇ ਡਾਂਗਾਂ ਫੜ ਕੇ ਤੁਰਨ ਵਾਲੇ ਹੋਣ ਕਰਕੇ ਅਮਰੀਕ ਪਿਓ ਦੇ ਨਾਲ ਫਿਰਦਾ ਅਤੇ ਉਹਦੇ ਪਿਓ ਦੇ ਯਾਰ ਉਹਨੂੰ ਰੜਾਉਂਦੇ ਰਹਿੰਦੇ, ਯਾਨੀ ਕਿ ਲਾਡ ਪਿਆਰ ਕਰਦੇ ਰਹਿੰਦੇ। ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਝ ਢਾਣੀਆਂ ਵਿੱਚ ਫਿਰਨ ਤੋਂ ਵਰਜਦੀ ਰਹਿੰਦੀ, ਯਾਨੀ ਕਿ ਮਨਾ ਕਰਦੀ ਰਹਿੰਦੀ, ਪਰ ਉਹ ਉਸ ਦੀ ਪਰਵਾਹ ਨਾ ਕਰਦਾ। ਪਤਨੀ ਦੀ ਤਾਂ ਜ਼ਰੂਰਤ ਹੀ ਨਹੀਂ ਸੀ ਉਸ ਅੱਗੇ ਉਭਾਰ ਸੇ, ਯਾਨੀ ਕਿ ਉਸ ਅੱਗੇ ਬੋਲ ਸਕੇ। ਜਨਾਨੀਆਂ ਦਾ ਕੀ ਕੰਮ ਬੰਦਿਆਂ ਦੇ ਮਾਮਲਿਆਂ 'ਚ ਦਖਲ ਦੇਣ ਦਾ, ਉਸ ਦਾ ਇਹ ਵਿਚਾਰ ਸੀ। ਅਤੇ ਇੰਝ ਦਿਨ ਗੁਜ਼ਰਦੇ ਰਹੇ ਸਨ। ਅਮਰੀਕ ਦਾ ਦਾਦਾ ਦੇ 4 ਸਾਲਾਂ ਬਾਅਦ ਕਿਧਰੇ ਆਉਂਦਾ ਸੀ। ਅਮਰੀਕ ਦੇ ਜੰਮਣ ਤੋਂ ਜਦੋਂ ਉਹ ਆਇਆ ਤਾਂ ਉਦੋਂ 2 ਕੋਠੜੀਆਂ ਅੱਗੇ ਸੋਫਾ ਅਤੇ ਅੱਗੇ ਬਰਾਂਡਾ ਛਤਵਾ ਕੇ ਉੱਪਰ ਚੁਬਾਰਾ ਪਵਾ ਗਿਆ ਸੀ। ਉਹ ਕਰਤਾਰ ਸਿੰਘ ਨੂੰ ਬਥੇਰਾ ਸਮਝਾਉਂਦਾ ਕਿ ਫਜ਼ੂਲ ਖਰਚੀ ਵਿੱਚ ਪੈਸਾ ਘੱਟ ਉਡਾਇਆ ਕਰ, ਪਰ ਕੋਈ ਜ਼ਮੀਨ ਹੋਰ ਜਾਂ ਕੋਈ ਜ਼ਮੀਨ ਖਰੀਦ ਲਵੇ। ਉਹ ਦੱਸਦਾ ਕਿ ਉਹ ਕਿਵੇਂ ਉਹ ਰੋਟੀ ਤੋਂ ਆਤੁਰ ਹੋ ਕੇ ਕਰਜ਼ੇ ਹੇਠਾਂ ਦੱਬੇ ਜਾਣ 'ਤੇ ਗਹਿਣੇ ਪੈ ਜਾਣ 'ਤੇ ਘਰੋਂ ਨਿਕਲਿਆ ਸੀ, ਅਤੇ ਕਿਵੇਂ ਉਸ ਨੇ ਹੌਲੀ ਹੌਲੀ ਗਹਿਣੇ ਪਾਈ ਸਾਰੀ ਜ਼ਮੀਨ ਜਿਹੜੀ ਸੀ ਉਹ ਪਹਿਲੀ ਸੀ ਉਹ ਛੁਡਵਾ ਲਈ ਸੀ। ਉਹ ਬਾਹਰਲੇ ਮੁਲਕਾਂ ਵਿੱਚ ਕੰਮ ਕਰਦਾ ਸੀ, ਕਦਰ ਬਾਰੇ ਵਿਚਾਰ ਦਿੰਦਾ, ਜਿੱਥੇ ਨਿੱਕੇ ਤੋਂ ਨਿੱਕੇ ਕੰਮ ਕਰਨ ਵਿੱਚ ਕੋਈ ਨਮੋਸ਼ੀ ਨਹੀਂ ਸਮਝੀ ਜਾਂਦੀ, ਨਮੋਸ਼ੀ ਮਤਲਬ ਸ਼ਰਮ ਨਹੀਂ ਸਮਝੀ ਜਾਂਦੀ ਸੀ, ਜਿੱਥੇ ਫੇਕੀ ਫੂੰ-ਫਾਂ ਦੇ ਕੋਈ ਅਰਥ ਨਹੀਂ ਸਨ। ਅਮਰੀਕ ਨੂੰ ਯਾਦ ਸੀ ਜਦੋਂ ਉਹਦਾ ਦਾਦਾ ਆਖਰੀ ਵਾਰ ਆਇਆ ਸੀ ਤਾਂ ਉਸਨੇ ਪਿਓ ਨੂੰ ਆਖਿਆ ਸੀ, ਉਹ ਕਰਤਾਰ ਸਿਆਂ, ਜਦੋਂ ਮੈਂ ਆਉਂਦਾ ਸੋਚਦਾ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ, ਪਰ ਤੂੰ ਕਿਤੇ ਵੇਲੇ ਸੋਫੀ ਹਾਲਤ ਵਿੱਚ ਹੋਵੇ ਤਾਂ ਨਾ ਕਰ ਤੂੰ ਜਿਹੜੀ ਕਰਨੀ ਹੈ, ਤੇਰੀ ਨਹੀਂ ਤਾਂ ਹੋਰ ਕਿਹਦੀ ਮੰਨਣੀ ਹੈ, ਤੇਰੇ ਸਿਰ 'ਤੇ ਬਜ਼ੁਰਗ ਐਸ਼ਾਂ ਕਰਦੇ ਆ। ਪਰ ਕਰਤਾਰ ਸਿੰਘ ਨੇ ਨਾ ਹੀ ਮਕਾਨ ਕੱਲੀ ਪਰ ਕਰਾਏ ਸਨ ਅਤੇ ਨਾ ਹੀ ਜ਼ਮੀਨ ਖਰੀਦੀ ਸੀ। ਉਦੋਂ ਹੀ ਵੱਡੀ ਕੱਟ ਕੇ ਗਿਆ ਉਹਦਾ ਪਿਓ ਤੀਸਰੇ ਚੌਥੇ ਮਹੀਨੇ ਚੜ੍ਹਾਈ ਕਰ ਗਿਆ ਮਤਲਬ ਮਰ ਗਿਆ। ਹੱਸਦੇ ਹੱਸਦੇ ਕਰਤਾਰ ਸਿੰਘ ਦੇ ਸਿੰਘਾਂ ਦੇ ਸਿਰ 'ਤੇ ਪੈ ਗਈ। ਬਾਹਰੋਂ ਆਉਂਦਾ ਪੈਸਾ ਇੱਕਦਮ ਬੰਦ ਹੋ ਗਿਆ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਬੰਦਾ ਰੱਖ ਕੇ ਆਪ ਵਾਹੀ ਕਰਵਾਏ ਤਾਂ ਹੀ ਗੁਜ਼ਾਰਾ ਹੋਵੇਗਾ। ਅਮਰੀਕ ਨੂੰ ਇਹ ਵੀ ਕੱਲ੍ਹ ਵਾਂਗ ਯਾਦ ਸੀ। ਉਸ ਦਾ ਪਿਓ ਤੇ ਮਾਮਾ ਬੀਕਾਨੇਰ ਵੱਲੋਂ ਬਲਦਾਂ ਦੀ ਇੱਕ ਵਧੀਆ ਜੋੜੀ ਖਰੀਦ ਕੇ ਲਿਆਏ ਸਨ। ਲਿਸ਼ ਕਰਦੇ ਚਿੱਟੇ ਦੁੱਧ ਪਿੰਡਿਆਂ ਵਾਲੇ ਬਲਦ ਜਦੋਂ ਅਮਰੀਕ ਦੇ ਨਾਨਕੇ ਜੁੱਪੇ ਤਾਂ ਉਹਨਾਂ ਦੀ ਜੋਗ ਜਿੱਤ ਕੇ ਮੁੜੀ ਸੀ। ਭਾਵੇਂ ਘਰ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਕਰਤਾਰ ਸਿੰਘ ਦੇ ਸਿਰ 'ਤੇ ਪੈ ਗਈ ਸੀ, ਪਰ ਫਿਰ ਵੀ ਉਹ ਆਪਣੇ ਕੱਪੜੇ ਚਿੱਟੇ ਦੁੱਧ ਧੋਤੇ ਰੱਖਦਾ। ਉਸ ਦੀ ਜੁੱਤੀ ਹਮੇਸ਼ਾ ਲਿਸ਼ਕਦੀ ਰਹਿੰਦੀ। ਬੰਦਾ ਰੱਖ ਕੇ ਵਾਹੀ ਕਰਵਾਉਂਦਾ, 8 ਪੱਠੇ ਲਿਆ ਛੱਡਦਾ ਅਤੇ ਫਿਰ ਖੁੰਡਾਂ ਦੇ ਬਹਿ ਛੱਡਦਾ ਜਾਂ ਤਾਸ਼ ਖੇਡਦਾ ਰਹਿੰਦਾ। ਘਰ ਦੇ ਵੀ ਸਮਝਾਉਂਦੇ ਅਤੇ ਬਾਹਰ ਦੇ ਵੀ ਸਮਝਾਉਂਦੇ, ਪਰ ਉਸਨੂੰ ਕੋਈ ਅਸਰ ਨਹੀਂ ਰਹਿੰਦਾ ਸੀਗਾ। ਕਰਤਾਰ ਸਿੰਘ 'ਤੇ ਔਖੀ ਹੁੰਦੀ। ਨਸ਼ੜਿਆਂ ਬੰਦਿਆਂ ਵਾਲੇ ਚਾਲੇ ਛੱਡ ਧੀਆਂ ਪੁੱਤਾਂ ਵਾਲਾ ਹੋ ਗਿਆ। ਕੰਮ ਕੀਤਿਆਂ ਬਿਨਾਂ ਨਹੀਂ ਵਸੂਲਿਆ ਪੁੱਗਣੀਆਂ ਇਹ। ਪੁੱਗ ਜਾਣਗੀਆਂ ਬੁੱਢੜੀਏ, ਆਪੇ ਪੁੱਗ ਜਾਣਗੀਆਂ, ਤੂੰ ਚਿੰਤਾ ਨਾ ਕਰ। ਅਤੇ ਉਹ ਅਮਰੀਕ ਦੀ ਮਾਂ ਨੂੰ ਰੋਟੀ ਦੇਣ ਲਈ ਆਖਦਾ, ਜੋ ਕਿੰਨੇ ਚਿਰ ਦੀ ਚੌਕੇ ਵਿੱਚ ਬੈਠੀ ਉਸਨੂੰ ਉਡੀਕ ਰਹੀ ਹੁੰਦੀ। ਤੂੰ ਕੁੜੀਏ ਇਹਨੂੰ ਆਪ ਨਹੀਂ ਵਰਜਦੀ, ਪ੍ਰਸ਼ਾਦੇ ਗਰਮ ਕਰ ਕਰਕੇ ਖਵਾਉਂਦੀ ਏਂ, ਇਹ ਵਿਗੜੇ ਕਿਉਂ ਨਾ। ਜਦੋਂ ਆਵੇ ਠੰਡਾ ਤੋਸਾ ਮੱਥੇ ਮਾਰਿਆ ਕਰ ਸੂ, ਵੇਖ ਲਈ, ਨਹੀਂ ਤੇ ਔਖੀ ਹੋਵੇਂਗੀ, ਬਜ਼ੁਰਗ ਮਾਂ ਆਖਦੀ। ਤੂੰ ਠੀਕ ਹੀ, ਉਸ ਦੀ ਮਾਂ ਬੜੀ ਔਖੀ ਹੋਈ ਸੀ। ਅਮਰੀਕ ਦੇ ਬਾਲ ਮਨ 'ਤੇ ਉਹ ਰਾਤ ਉਕਰੀ ਹੋਈ ਸੀ ਜਦੋਂ ਉਹ ਗੁਆਂਢੀਆਂ ਦੀ ਕੁੜੀ ਬੀਰੇ ਕੋਲੋਂ ਬਾਤਾਂ ਸੁਣ ਰਿਹਾ ਸੀ ਕਿ ਉਹਨਾਂ ਦੇ ਘਰ ਚੀਕ ਚਿਹਾੜਾ ਮਚ ਗਿਆ ਸੀ। ਬੀਰੇ ਭੁੜਕ ਕੇ ਮੰਜੇ ਤੋਂ ਉੱਠੀ ਅਤੇ ਉਸ ਦੇ ਪਿੱਛੋਂ ਹੀ ਅਮਰੀਕ ਦੌੜ ਗਿਆ। ਘਰ ਵਿੱਚ ਕੋਹਰਾਮ ਮਚਿਆ ਹੋਇਆ ਸੀ। ਨਿਆਣੇ ਰੋ ਰਹੇ ਸਨ ਅਤੇ ਕਰਤਾਰ ਸਿੰਘ ਹੱਥ ਵਿੱਚ ਕੱਪੜੇ ਧੋਣ ਵਾਲੀ ਥਾਪੀ ਲਈ ਵਹੁਟੀ ਨੂੰ ਕੁੱਟੀ ਜਾ ਰਿਹਾ ਸੀ। ਉਸ ਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਅਤੇ ਬਿਨਾਂ ਕੋਈ ਗੱਲ ਕੀਤਿਆਂ ਉਸਨੂੰ ਮਾਰੀ ਜਾ ਰਿਹਾ ਸੀ। ਆਂਢੀ ਗੁਆਂਢੀ ਇਕੱਠੇ ਹੋ ਗਏ। ਉਹਨਾਂ ਮਸਾਂ ਰੋਂਦੀ ਹੋਈ ਜਗੀਰ ਕੌਰ ਨੂੰ ਬਚਾਇਆ ਅਤੇ ਕਰਤਾਰ ਸਿੰਘ ਨੂੰ ਧੂ ਕੇ ਡੰਗਰਾਂ ਕੋਲ ਬਾਹਰ ਉਸ ਦੀ ਮੰਜੀ 'ਤੇ ਲੈ ਗਏ। ਧੂ ਕੇ ਮਤਲਬ ਖਿੱਚ ਕੇ ਲੈ ਗਏ। ਰੋਂਦੀ ਹੋਈ ਜਾਗੀਰ ਕੌਰ ਕਹਿ ਰਹੀ ਸੀ, ਦੱਸੋ ਮੈਂ ਕੀ ਕਸੂਰ ਕੀਤਾ? ਮੈਂ ਇਹੋ ਆਖਿਆ ਬਈ ਭਲਿਆ ਮਾਨਸਾ, ਉੱਤੋਂ 100 ਖਰਚ ਪਏ ਆ ਅਤੇ ਤੂੰ ਸ਼ਰਾਬਾਂ ਪੀਂਦਾ ਫਿਰਦਾ ਏਂ। ਜਦੋਂ ਪੁੱਗਦੀ ਸੀ ਪੀ ਲਈ, ਹੁਣ ਨਹੀਂ ਸਾਥੋਂ ਪੁੱਗਦੀ। ਨਾ ਆ ਵੇਖਿਆ ਨਾ ਆ ਤਾਂ ਮੇਰੀਆਂ ਮੋਹਰਾਂ ਸੇਕਤੀਆਂ।
ਕੋਈ ਨਹੀਂ, ਹੌਸਲਾ ਕਰ, ਖਬਰੇ ਕੀ ਹੋ ਗਿਆ। ਸਿਆਣਾ ਬਿਆਣਾ ਸੀ, ਐ ਤਾਂ ਕਦੀ ਨਹੀਂ ਅੱਗੇ ਕੀਤਾ। ਕਹਿੰਦਿਆਂ ਜਨਾਨੀਆਂ ਤੁਰ ਗਈਆਂ। ਕਰਤਾਰ ਸਿੰਘ ਬਿਨਾਂ ਰੋਟੀ ਖਾਧੇ ਹੀ ਸੋ ਗਿਆ। ਭਾਂਡਾ ਟਿੰਡਾ ਸਾਂਭ ਕੇ ਤੇ ਕੁੜੀਆਂ ਨੂੰ ਲੰਮਿਆਂ ਪਾ ਕੇ ਜਗੀਰ ਕੌਰ ਦਵਾਖੇ ਜਗਦਾ ਦੀਵਾ ਬੁਝਾਉਣ ਲੱਗੀ ਤਾਂ ਉਸ ਨਿਮੋਝਣ ਚੌਕੇ 'ਚ ਬੈਠੇ ਅਮਰੀਕ ਨੂੰ ਉੱਠ ਕੇ ਮੰਜੇ 'ਤੇ ਪੈਣ ਲਈ ਕਿਹਾ। ਉਹ ਉੱਠਿਆ ਨਾ। ਜਗੀਰ ਕੌਰ ਨੇ ਉਸਨੂੰ ਬਾਹੋਂ ਫੜ ਕੇ ਉਠਾਇਆ। ਉਹ ਮੇਰਾ ਬੀਬਾ ਪੁੱਤਾ, ਤੂੰ ਕਿਉਂ? ਤੇ ਉਹ ਫਿਰ ਫਿਸ ਪਈ, ਯਾਨੀ ਕਿ ਉਸਦਾ ਦਿਲ ਜਿਹੜਾ ਸੀ ਉਹ ਨਰਮ ਹੋ ਗਿਆ ਸੀ ਆਪਣੇ ਪੁੱਤਰ ਵਾਸਤੇ। ਉਹ ਡੂੰਘਾ ਹੋਕਾ ਭਰਿਆ, ਉਸਨੇ ਡੂੰਘਾ ਹੋਕਾ ਭਰਿਆ, ਅੱਛਾ ਪੁੱਤ, ਤੁਹਾਡੇ ਕਰਮ। ਤੇ ਫਿਰ ਉਸ ਦੇ ਚਬੀਦੇ ਹੇਠਾਂ ਵਿੱਚੋਂ ਇਹ ਗੱਲ ਜਿਵੇਂ ਬਾਹਰ ਆ ਗਈ, ਮੈਂ ਤਾਂ ਮਰੀ ਖਰੀਕੀ ਡੁੱਬ ਕੇ ਮਰ ਜਾਣਾ ਹੈ। ਜਦੋਂ ਲੱਭੀ ਨਾ ਤੂੰ ਦੱਸ ਦਈ। ਤੇ ਉਹ ਫਿਰ ਰੋਣ ਲੱਗ ਪਈ। ਬੀਬੀ ਅਮਰੀਕ ਦਾ ਵੀ ਰੋਣ ਨਿਕਲ ਗਿਆ। ਮਾਂ ਨੇ ਉਸਨੂੰ ਕੁੱਟ ਕੇ ਗਲ ਨਾਲ ਲਾ ਲਿਆ ਤੇ ਫਿਰ ਦੋਵੇਂ ਦੀਵਾ ਬੁਝਾ ਕੇ ਲੇਟ ਗਏ। ਦੋਹਾਂ ਨੂੰ ਨੀਂਦ ਆ ਰਹੀ ਸੀ, ਕਿੱਥੇ ਪੈ ਰਹੀ ਸੀ। ਦੋਨੋਂ ਦੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਸਨ। ਕਦੀ ਕਦੀ ਮਾਂ ਦੇ ਮੂੰਹੋਂ ਵਾਹਿਗੁਰੂ ਕਹਿੰਦਾ ਲੰਮਾ ਹੋਕਾ ਹਵਾ ਵਿੱਚ ਚਲ ਜਾਂਦਾ। ਅਮਰੀਕ ਦੇ ਮਨ ਵਿੱਚ ਵਾਰ-ਵਾਰ ਮਾਂ ਦੇ ਕਹੇ ਹੋਏ ਸ਼ਬਦ ਗੂੰਜ ਰਹੇ ਸਨ, ਮੈਂ ਤਾਂ ਮਰੀਕ ਹਕੀਕੀ ਡੁੱਬ ਕੇ ਮਰ ਜਾਣਾ। ਉਸ ਦੇ ਹਰੀਕੇ ਦਰਿਆ ਵੇਖਿਆ ਹੋਇਆ ਨਹੀਂ ਸੀ, ਪਰ ਅੱਖਾਂ ਹੀ ਅੱਖਾਂ ਵਿੱਚ ਉਹ ਆਪਣੀ ਮਾਂ ਨੂੰ ਡੂੰਘੇ ਪਾਣੀ ਵਿੱਚ ਗੋਤੇ ਖਾਂਦੀ ਅਤੇ ਉਸ ਦੇ ਫੁੱਲੇ ਹੋਏ ਸਰੀਰ ਨੂੰ ਵੇਖ ਰਿਹਾ ਸੀ। ਤੇ ਉਹਦੀਆਂ ਅੱਖਾਂ ਅੱਗੇ ਮਾਈ ਗਾਬੋ ਆ ਗਈ ਤੇ ਹੁਣ ਉਸ ਨੂੰ ਰਹਿ ਰਹਿ ਕੇ ਖਿਆਲ ਆਉਂਦਾ ਸੀ ਕਿ ਐਨੀ ਦੂਰ ਹਰੀਕੇ ਹੀ ਕਿਉਂ? ਉਹਦੀ ਮਾਂ ਨਿਆਈਆਂ ਵਾਲੇ ਖੂਹ ਵਿੱਚ ਤਾਂ ਡੁੱਬ ਕੇ ਮਰ ਸਕਦੀ ਸੀ, ਜਿੱਥੇ ਪਿੰਡ ਦੀ ਇੱਕ ਮਾਈ ਗਾਬੋ ਡੁੱਬ ਕੇ ਮੋਈ ਸੀ, ਜਾਂ ਕਿਸੇ ਵੀ ਹੋਰ ਖੂਹ ਵਿੱਚ। ਹਕੀਕੀ ਹੀ ਕਿਉਂ? ਤੇ ਉਸ ਘੁੱਟ ਕੇ ਅੱਖਾਂ ਮੀਚੀਆਂ, ਯਾਨੀ ਕਿ ਅੱਖਾਂ ਨੂੰ ਘੁੱਟ ਕੇ ਬੰਦ ਕਰ ਲਿਆ। ਉਸਨੇ ਕਿੰਨਾ ਪਾਪ ਕੀਤਾ ਸੀ? ਉਸ ਆਪਣੀ ਮਾਂ ਦੇ ਮਰਨ ਬਾਰੇ ਕਿਉਂ ਸੋਚਿਆ ਸੀ? ਉਸਨੂੰ ਤਾਂ ਐਦਾਂ ਬਿਲਕੁਲ ਨਹੀਂ ਸੀ ਸੋਚਣਾ ਚਾਹੀਦਾ। ਤੇ ਉਹ ਆਪਣੇ ਪਿਓ ਤੋਂ ਹੈਰਾਨ ਹੋ ਰਿਹਾ ਸੀ। ਅੱਜ ਵਾਂਗ ਤਾਂ ਉਸਨੇ ਕਦੇ ਵੀ ਨਹੀਂ ਸੀ ਪੀਤੀ। ਉਸਦਾ ਕਈ ਵਾਰ ਵੀ ਉਸਦੀ ਮਾਂ ਨੂੰ ਨਹੀਂ ਸੀ ਕੁੱਟਿਆ। ਤੇ ਫਿਰ ਜਿਵੇਂ ਉਸਨੂੰ ਸਮਝ ਪਈ, ਉਹਦੀ ਭੂਆ ਦੀਆਂ ਦੋਹਾਂ ਕੁੜੀਆਂ ਦਾ ਇਕੱਠਾ ਵਿਆਹ ਸੀ ਤੇ ਉਸਨੇ ਆਪਣੇ ਇਕੱਲੇ ਭਰਾ ਨੂੰ ਬਣ ਠਣ ਕੇ ਆਉਣ ਲਈ ਕਿਹਾ ਸੀ। ਵਾਹੀਆਂ ਵਿੱਚੋਂ ਬਚਦਾ ਹੀ ਕੀ ਸੀ? ਕਰਤਾਰ ਸਿੰਘ ਜਿਸ ਦਿਨ ਖਤ ਆਇਆ ਸੀ, ਲਿਖਿਆ ਖਿਝਿਆ ਖਿਝਿਆ ਰਹਿੰਦਾ ਸੀ। ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ? ਉਹ ਸ਼ਾਹਾਂ ਤੋਂ ਪੁੱਛਿਆ ਸੀ, ਪਰ ਇੰਨਾ ਜ਼ਿਆਦਾ ਵਿਆਜ। ਇੱਕੋ ਭੈਣ ਦਾ ਇੱਕੋ ਭਰਾ ਸੀ। ਭੈਣ ਨੇ ਲਿਖਿਆ ਸੀ, ਉਹ ਕਿਹੜਾ ਰੋਜ਼-ਰੋਜ਼ ਕੁੜੀਆਂ ਵਿਆਹੁਣੀਆਂ ਸਨ। ਕਰਤਾਰ ਉਸਦੇ ਪਿਓ ਦੀ ਥਾਂ ਵੀ ਸੀ ਤੇ ਭਰਾ ਤੇ ਕਰਤਾਰ ਸਿੰਘ ਜਗੀਰ ਨੂੰ ਆਪਣੀਆਂ ਟੁੰਮਾਂ ਮਤਲਬ ਗਹਿਣੇ ਦੇਣ ਲਈ ਕਹਿ ਰਿਹਾ ਸੀ। ਉਹ ਲੋਡੇ ਵੇਲੇ, ਯਾਨੀ ਕਿ ਦੁਪਹਿਰ ਵੇਲੇ ਦਾ ਉਸਨੂੰ ਸਮਝਾ ਰਿਹਾ ਸੀ, ਪਰ ਉਹ ਕਹਿੰਦੀ ਸੀ, ਮੇਰੇ ਅੱਗੇ ਹੀ ਕੀ ਰਹਿ ਗਿਆ? ਸਾਰਾ ਗਹਿਣਾ ਘਰੋਂ ਹੀ ਖਾਧਾ ਗਿਆ, ਹੁਣ ਇਹ ਹੀ ਬਚੀਆਂ ਨੇ। ਤੇ ਅਮਰੀਕ ਨੂੰ ਸਮਝ ਨਹੀਂ ਸੀ ਆ ਰਹੀ ਸੀ ਕਿ ਮਾਂ ਗਹਿਣੇ ਨਾ ਦੇ ਕੇ ਮਾੜੀ ਕਰ ਰਹੀ ਸੀ ਜਾਂ ਪਿਓ ਗਹਿਣੇ ਮੰਗ ਕੇ ਮਾੜੀ ਕਰ ਰਿਹਾ ਸੀ। ਤੇ ਐਸੇ ਉਧੇੜ ਬੂੰਦ ਦੇ ਵਿੱਚ ਉਸਦੀ ਅੱਖ ਲੱਗ ਗਈ ਸੀ। ਭੂਆ ਦੀਆਂ ਕੁੜੀਆਂ ਦੇ ਵਿਆਹ ਨਜਿੱਠੇ ਗਏ, ਯਾਨੀ ਕਿ ਉਹਨਾਂ ਦੀ ਜਿਹੜੀ ਡੇਟ ਸੀ ਉਹ ਫਾਈਨਲ ਕਰ ਦਿੱਤੀ ਗਈ। 10 ਵਿੱਚੋਂ 2 ਕਿੱਲੇ ਗਹਿਣੇ ਧਰ ਦਿੱਤੇ ਗਏ। ਕਰਤਾਰ ਸਿੰਘ ਦੀ ਸ਼ਰਾਬ ਪੀਣ ਦੀ ਆਦਤ ਵੱਧ ਗਈ ਸੀ। ਪੀਣਾ ਤਾਂ ਜਿਵੇਂ ਉਸਦਾ ਨਿਯਮ ਬਣ ਗਿਆ ਹੋਵੇ, ਨਿਯਮ ਬਣ ਗਿਆ ਹੋਵੇ। ਉਹ ਸ਼ਰਾਬ ਨਾਲ ਘੁੱਟ ਘਰ ਆਉਂਦਾ, ਫਿਰ ਉਸ ਅਫੀਮ ਦੀ ਖਾਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਸਦੀ ਆਦਤ ਦਾ ਉਹ ਕੀ ਬਣ ਗਿਆ ਸੀਗਾ, ਉਹ ਗੁਲਾਮ ਬਣਦਾ ਗਿਆ। ਕਰਤਾਰ ਸਿੰਘ ਦਾ ਪਿੰਡ ਵਿੱਚ ਪਹਿਲੇ ਵਾਲਾ ਮਾਣ ਤੇ ਇੱਜ਼ਤ ਨਹੀਂ ਸੀ ਰਹਿ ਗਈ। ਹੌਲੀ ਹੌਲੀ ਉਹ ਚੰਗਾ ਲੱਗਣ ਵਾਲਾ ਪਿਓ ਅਮਰੀਕ ਦੀਆਂ ਨਜ਼ਰਾਂ ਦੇ ਵਿੱਚੋਂ ਕੀ ਹੋਇਆ, ਡਿੱਗਦਾ ਗਿਆ, ਯਾਨੀ ਕਿ ਨੀਵੇਂ ਹੁੰਦਾ ਗਿਆ। ਫਿਰ ਉਸਨੇ ਕਰਤਾਰ ਸਿੰਘ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਆਉਂਦੇ ਪਿਓ ਦੀ ਜਾਇਦਾਦ ਖਾਂਦਾ ਹੋਏ, ਮੈਂ ਨਹੀਂ ਕਿਸੇ ਕੰਜਰ ਦੇ ਆਖਿਆਂ ਹਟਣਾ। ਤੂੰ ਮੈਨੂੰ ਕੀ ਦਿੰਦਾ ਏ? ਕਦੀ ਟਕਾ ਵੀ ਮੇਰੇ ਹੱਥ 'ਤੇ ਧਰਿਆ ਏ? ਬਣਿਆ ਫਿਰਦਾ ਵੱਡਾ ਦਨਾਵ। ਤੇ ਅਮਰੀਕ ਚੁੱਪ ਕਰ ਗਿਆ। ਭਾਵੇਂ ਉਹ ਆਪਣੀ ਅੱਧੀ ਤਨਖਾਹ ਕਰ ਦਿੰਦਾ ਸੀ ਤੇ ਉਹ ਘਰ ਵਿੱਚ ਹੀ ਵਰਤੀਂਦੀ ਸੀ, ਯਾਨੀ ਕਿ ਉਹਦਾ ਘਰ ਦੇ ਵਿੱਚ ਜਿਹੜੀ ਤਨਖਾਹ ਦਿੰਦਾ ਸੀ ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ। ਉਸਨੇ ਉਸਨੂੰ ਆਖਿਆ ਕਿ ਉਹ ਤਨਖਾਹ ਤਾਂ ਆਪਣੀ ਮਾਂ ਦੇ ਹੱਥ ਦਿੰਦਾ, ਮੇਰੇ ਹੱਥ 'ਤੇ ਉਹਨੇ ਕਦੀ ਵੀ ਨਹੀਂ ਦਿੱਤੀ, ਇਸ ਲਈ ਉਸ ਦੇ ਉੱਤੇ ਇਸ ਦਾ ਕੋਈ ਅਹਿਸਾਨ ਨਹੀਂ। ਵੇ ਪੁੱਤਾ, ਤੇਰੀ ਆਈ ਮੈਂ ਮਰ ਜਾਂਦੀ। ਵੇ ਮੈਨੂੰ ਰੋਲਣ ਨੂੰ ਛੱਡ ਗਿਆ ਤੇ ਵੇ ਮੇਰਿਆ ਛਿੰਦਿਆ ਪੁੱਤਾਂ। ਮੰਜੀ ਤੋਂ ਹੱਡੀਆਂ ਦੀ ਮੁੱਠ ਬਣੀ ਬੁੱਢੜੀ ਦਾਦੀ ਨੇ ਕੀਰਨੇ ਪਾਉਣੇ ਸ਼ੁਰੂ ਕਰ ਦਿੱਤੇ। ਦੂਜੀਆਂ ਮੰਜੀਆਂ ਤੋਂ ਕੁੜੀਆਂ ਨੇ ਸਿਸਕਣਾ ਸ਼ੁਰੂ ਕਰ ਦਿੱਤਾ। ਸਿਸਕਣਾ ਮਤਲਬ ਰੋਣਾ ਸ਼ੁਰੂ ਕਰ ਦਿੱਤਾ। ਹੈਂ ਕਮਲੀਏ, ਤੁਸੀਂ ਕਿਉਂ ਰੋਂਦੀਆਂ ਜੇ? ਤੁਹਾਡੇ ਵੀਰ ਜਿਉਂਦੇ ਰਹਿਣ, ਤੁਹਾਨੂੰ ਕਿਸ ਗੱਲ ਦਾ ਘਾਟਾ? ਜਗੀਰ ਕੌਰ ਨੇ ਰੋਂਦਿਆਂ ਕੁੜੀ ਨੂੰ ਬੁੱਕਲ ਵਿੱਚ ਲੈ ਕੇ ਕਿਹਾ, ਇਹਨਾਂ ਦੀ ਸੁੱਖ ਮੰਗੋ, ਤੁਹਾਨੂੰ ਦੋਹਾਂ ਨੂੰ। ਤੇ ਉਹ ਵਿਆਹ ਗਿਆ। ਆਹ ਜਿਹੜੀ ਨਿੱਕੀ ਅਜੇ ਰਹਿੰਦੀ ਏ ਤੇ ਆਹ
ਉਹ ਪਰ ਮੁੰਡਾ ਜਿਹੜੇ ਵਰਗਿਆਂ ਨੂੰ ਅਜੇ ਪਤਾ ਵੀ ਨਹੀਂ ਕਿ 100 ਦਿਨ ਕਦੋਂ ਚੜ੍ਹਦਾ ਹੈ। ਵਿਚਾਰਾ ਉੱਦਣ ਦਾ ਹੱਲਾ ਮਗਰ ਖੁੰਝਾ ਤੁੜਾਉਂਦਾ ਅਤੇ ਉਹਨਾਂ ਨੂੰ ਹੌਸਲਾ ਦਿੰਦੀ ਉਹ ਆਪ ਵੀ ਫਿੱਸ ਪਈ। ਨੀ ਬੀਬੀ, ਸਾਨੂੰ ਆਇਆਂ ਨੂੰ ਸਿਰ 'ਤੇ ਪਿਆਰ ਦੇ ਕੇ ਕੌਣ ਗੱਲ ਲਾਇਆ ਕਰੂ। ਹਾਏ, ਸਾਡੀਆਂ ਰੀਝਾਂ ਕੌਣ ਪੂਰੀਆਂ ਕਰੂ। ਵੱਡੀ ਕੁੜੀ ਨੇ ਲੇਰ ਨਿਕਲ ਗਈ। ਅਮਰੀਕ ਗੁੰਮ-ਸੁੰਮ ਬੈਠਿਆ ਹੋਇਆ ਸੀ। ਜਿਹੜਾ ਕਿ ਉਹ ਕੀਤਾ ਉਸਨੂੰ ਚੁੱਪ ਕਰਕੇ ਵੀ ਉਹ ਮਹਿਸੂਸ ਕੀਤਾ। ਜੇ ਉਹ ਬੋਲਿਆ ਤਾਂ ਹੁਣ ਰੋਣ ਨਿਕਲ ਜਾਵੇਗਾ। ਇਹ ਵੀ ਯਾਨੀ ਕਿ ਇਹ ਟਾਈਮ ਆ ਕੇ ਪਿਆ ਸੀ ਕਿ ਉਸਦਾ ਪਿਓ ਇਮਾਰਤ ਹੇਠੋਂ ਜਿਵੇਂ ਵੱਡਾ ਬੰਬੂ ਫਿਸਲ ਗਿਆ ਹੋਵੇ ਅਤੇ ਸਾਰੀ ਇਮਾਰਤ ਜਿਹੜੀ ਹੈ ਉਹ ਡੋਲ ਰਹੀ ਹੋਵੇ। ਉਹਦਾ ਨਿਤਾਣਾ ਜਿਹਾ ਹੋ ਕੇ ਫਿਰ ਲੇਟ ਗਿਆ। ਧਿਆਨ ਪਾਸੇ ਪਾ ਕੇ ਉਹ ਘੜੀ ਦੁੱਖ ਤੋਂ ਮੂੰਹ ਮੋੜਨਾ ਚਾਹੁੰਦਾ ਸੀ। ਪਰਿਵਾਰ ਦੇ ਸਾਰੇ ਜੀਅ, ਸਾਰਾ ਜਿਹੜੇ ਲੋਕੀ ਟੱਬਰ ਬੈਠਾ ਸੀਗਾ, ਉਹ ਵਾਰ-ਵਾਰ ਉਸਦੀਆਂ ਨਜ਼ਰਾਂ ਅੱਗੇ ਗੁਜ਼ਰਨ ਲੱਗੇ, ਜਿਨ੍ਹਾਂ ਦੀ ਜ਼ਿੰਮੇਵਾਰੀ ਉਸਦੇ ਸਿਰ ਆ ਪਈ ਸੀ। ਭੈਣਾਂ ਨਾਲ, ਭਰਾ ਦੇ ਨਾਲ-ਨਾਲ ਪਿਓ ਦੀ ਵੀ ਵਰਤਣਾ ਸੀ। ਛੋਟੀ ਨੂੰ ਅਜੇ ਪੜ੍ਹਦੀ ਸੀ, ਪੜ੍ਹਾਉਣਾ ਸੀ, ਵਿਆਹੁਣਾ ਸੀ। ਮਾਂ ਦੇ ਹਰ ਸੁੱਖ ਦਾ ਖਿਆਲ ਰੱਖਣਾ। ਸਾਰੇ ਕੰਮ ਹੁਣ ਅਮਰੀਕ ਸਿੰਘ ਨੇ ਹੀ ਕਰਨੇ ਸੀ। ਉਸਨੂੰ ਬਾਰ-ਬਾਰ ਉਹਨਾਂ ਜਨਾਨੀਆਂ ਦੀਆਂ ਗੱਲਾਂ ਯਾਦ ਆਉਂਦੀਆਂ ਸਨ। ਭੈਣ, ਤੇਰਾ ਤਾਂ ਰਾਜ ਖੁੱਸ ਗਿਆ। ਮਰਜ਼ੀ ਨਾਲ ਅੰਦਰੋਂ ਕੰਬਦੀ ਤੇ ਮੈਂ ਵਰਤਦੀ। ਮੈਂ ਹੁਣ ਸੁੱਖ ਨਾਲ ਭਾਵੇਂ ਸੁਲਗ ਨੇ, ਪਰ ਹਰ ਗੱਲੋਂ ਮੁੰਡਿਆਂ ਦੇ ਹੱਥਾਂ ਵੱਲ ਵੇਖੇਂਗੀ। ਸਿਰ ਦੇ ਸਾਈਂ ਨਾਲ ਤੇਰੀ ਤਾਂ ਸਰਦਾਰੀ ਵੀ ਤੁਰ ਗਈ। ਇਸ ਸਾਰੇ ਕੁਝ ਲਈ ਪੈਸੇ ਦੀ ਲੋੜ ਸੀ। ਅਮਰੀਕ ਸੋਚਦਾ ਸੀ ਕਿ ਹੁਣ ਉਹ ਆਪ ਵਾਹੀ ਵੱਲ ਧਿਆਨ ਦੇਵੇਗਾ ਅਤੇ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ। 2-2.5 ਕਿੱਲੇ ਹੋਰ ਕੁੜੀਆਂ ਦੇ ਵਿਆਹ ਦੇ ਉਸਦੇ ਪਿਓ ਦੇ ਗਹਿਣੇ ਕਰ ਦਿੱਤੇ ਗਏ ਸਨ। ਉਸਦਾ ਖਿਆਲ ਸੀ ਬਚਦੇ 5-6 ਕਿੱਲਿਆਂ ਵਿੱਚ ਉਹ ਖਾਦ ਆਦਿ ਪਾ ਕੇ ਫਸਲ ਬੀਜੇਗਾ ਅਤੇ ਘਰ ਦਾ ਗੁਜ਼ਾਰਾ ਤੁਰ ਪਵੇਗਾ। ਹੁਣ ਉਹ ਸਾਰੀ ਤਨਖਾਹ ਆਪਣੀ ਹੱਥੀਂ ਵਰਤਿਆ ਸ਼ੁਰੂ ਕਰੇਗਾ। ਅੱਗੇ ਤਾਂ ਸਾਰੀ ਤਨਖਾਹ ਖੇਰੂ ਹੋ ਜਾਂਦੀ ਸੀ। ਉਸਨੂੰ ਆਸ ਸੀ ਕਿ ਜੇ ਹੁਣ ਮਹਿੰਦਰ ਵਾਹੀ ਵਿੱਚ ਚੰਗੀ ਤਰ੍ਹਾਂ ਧਿਆਨ ਦੇਵੇ ਤਾਂ ਉਹ ਆਪਣੀ ਜ਼ਮੀਨ ਵੀ ਕਿਆ ਕਰ ਲੈਣਗੇ, ਛੁਡਾ ਲੈਣਗੇ। ਸਵੇਰੇ ਉਸਨੇ ਨੌਕਰੀ 'ਤੇ ਜਾਣਾ ਸੀ, ਇਸ ਲਈ ਉਸਨੇ ਛੋਟੇ ਭਰਾ ਮਹਿੰਦਰ ਨਾਲ ਵਾਹੀ ਬਾਰੇ ਗੱਲ ਤੋਰ ਲਈ। ਮਹਿੰਦਰਾ, ਤਗੜਾ ਹੋ ਕੇ ਪੈ ਜਾ ਕੰਮ ਨੂੰ। ਹੁਣ ਮੈਂ ਵੀ ਹਫ਼ਤੇ 10 ਦਿਨ ਗੇੜਾ ਮਾਰ ਲਿਆ ਕਰਾਂਗਾ। ਉਹ ਜਿਹੜੀ ਜਿੱਤੇ ਹੋਰਾਂ ਕੋਲ ਪੈਲੀ ਗਹਿਣੇ ਆ, ਉਸ ਲਾਈਨ ਵਿੱਚ ਬਚਦੇ ਪੌਣੇ ਕਿੱਲੇ 'ਚ ਬੈਠ ਜ਼ਮੀਨ ਬੀਜ ਛੱਡੀ ਵਾਹ ਕੇ ਮੈਂ ਪਰਸੋਂ ਵੇਖ ਕੇ ਆਇਆ। ਉਰਲੀ ਪੈਲੀ 'ਚ ਝੋਨਾ ਲਾਵਾਂਗੇ, ਠੀਕ ਹੈ ਨਾ। ਮਹਿੰਦਰ ਚੁੱਪ ਜਿਹਾ ਰਿਹਾ। ਆਕਾਸ਼ ਵਿੱਚ ਤਾਰਿਆਂ ਨੂੰ ਘੂਰਦਾ ਤੇ ਫਿਰ ਪਾਸਾ ਬਦਲ ਕੇ ਪੈ ਗਿਆ। ਫਿਰ ਉਸਦੇ ਜਾਣ ਬੁੱਝ ਕੇ ਨਾ ਬੋਲਣਾ ਚਾਹੁੰਦਾ ਹੋਵੇ। ਅਮਰੀਕ ਫਿਰ ਬੋਲਿਆ ਤਾਂ ਜਗੀਰ ਕੌਰ ਨੇ ਕਿਹਾ, ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣਾ ਪਾ ਦਿੱਤਾ ਸੀ। ਕਿਹੜਾ ਉਤਲਾ? ਆਹੋ। ਕਿਉਂ? ਉਹਦੀ ਆਵਾਜ਼ ਵਿੱਚ ਗੁੱਸਾ ਸੀ। ਆ ਤੇਰੀ ਭੈਣ ਦੀ ਸੱਸ ਦੇ ਇਕੱਠ ਦੇ ਜਦੋਂ ਗਏ ਸਾਂ ਤਾਂ ਉਦੋਂ ਮਾਂ ਦਾਬੀ ਆਵਾਜ਼ ਵਿੱਚ ਬੋਲੀ। ਅਮਰੀਕ ਨੇ ਸੋਚਿਆ, ਹੁਣ ਖਿਝਣ ਦਾ ਕੀ ਫਾਇਦਾ ਸੀ। ਪਹਿਲਾਂ ਆਪ ਘਰ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਜ਼ਮੀਨ ਗਹਿਣੇ ਨਾ ਪੈਂਦੀ। ਉਹ ਇਸ ਨੂੰ ਹੋਣੀ ਸਮਝ ਕੇ ਚੁੱਪ ਕਰਕੇ ਬੈਠ ਗਿਆ। ਤੇ ਪਿੱਛੇ ਪੈਲੀ ਕਿਹੜੀ ਰਹਿ ਗਈ ਫਿਰ? ਇੱਥੇ ਉਸੇ ਜਿਵੇਂ ਖਿਆਲ ਨੂੰ ਪੁੱਛਿਆ ਹੋਵੇ। ਕੋਈ ਜਵਾਬ ਨਾ ਆਇਆ। ਉੱਧਰੋਂ ਖਾਦ ਦੇ ਪੈਸੇ ਦੇਣੇ ਆ। ਪਤਾ ਨਹੀਂ ਕੀ ਖਾਦ ਪਾਉਂਦੇ ਰਹੇ। ਜੇ ਫਸਲ ਤਾਂ ਕਦੀ ਖਾਣ ਜੋਗੀ ਆਈ ਨਹੀਂ। ਉਹ ਆਪ ਹੀ ਬੁੜ ਕਰਕੇ ਚੁੱਪ ਕਰ ਗਿਆ। ਖਾਦ ਤਾਂ ਅੱਗੇ ਨਗਦ ਵੇਚ ਕੇ ਪੈਸੇ ਵੱਟ ਕੇ ਵਰਤ ਲਏ ਸਨ। ਖੇਤਾਂ 'ਚ ਕਿੱਥੋਂ ਪਈ ਸੀ? ਮਹਿੰਦਰ ਪਹਿਲੀ ਵਾਰ ਬੋਲਿਆ। ਉਹਦੀ ਆਵਾਜ਼ ਵਿੱਚ ਪਤਾ ਨਹੀਂ ਲੱਗਦਾ ਸੀ ਨਿਰਲੇਪਤਾ ਸੀ ਜਾਂ ਕੁੜੱਤਣ। ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਵੱਟ ਚੜ੍ਹਿਆ। ਮੈਂ ਆਨਾ, ਤੁਸੀਂ ਇੰਨੇ ਪੈਸੇ ਵਰਤਦੇ ਕਿੱਥੇ ਰਹੇ? ਮਾਤਾ ਨੂੰ ਸਭ ਕੁਝ ਸਾਥੋਂ ਲੁਕਾਉਂਦੀ ਰਹੀ ਏ। ਉਸਦੀ ਆਵਾਜ਼ ਵਿੱਚ ਮਾਂ ਪ੍ਰਤੀ ਦੱਬਵਾਂ ਜਿਹਾ ਗੁੱਸਾ ਸੀ। ਮੈਂ ਕੀ ਲੁਕਾਉਂਦੀ ਰਹੀ ਹਾਂ? ਤੂੰ ਤਾਂ ਘਰ ਦਾ ਖਹਿੜਾ ਹੀ ਛੱਡਿਆ ਹੋਇਆ ਸੀ। ਹੁਣ ਉਹ ਆਪਣੀ ਮਨਮਰਜ਼ੀ ਕਰਦਾ ਸੀ। ਉਹਦੇ ਅਮਲ ਦਾ ਇੰਨਾ ਖਰਚਾ ਹੋ ਜਾਂਦਾ ਸੀ। ਤੂੰ ਅਣਜਾਣ ਤਾਂ ਨਾ ਬਣ। ਉਹ ਦੰਦ ਘੁੱਟੀ ਲੰਮਾ ਪਿਆ ਰਿਹਾ। ਇੰਨਾ ਪੈਸਾ ਉਹ ਕਿਵੇਂ ਉਤਾਰੇਗਾ? ਵਾਹੀ ਕਿਵੇਂ ਤੋਰੇਗਾ? ਝੋਨੇ ਲਈ ਖਾਦ ਵੀ ਚਾਹੀਦੀ ਸੀ। ਮੱਖਣ ਸੂਹ ਦੀ ਇੱਕ ਪਰ ਨੋਟ ਲਈ ਫਿਰਦਾ ਹੈ, ਮੈਨੂੰ ਵਿਖਾਉਂਦਾ ਸੀ। ਭਾਈਏ ਨੇ ਉਸ ਤੋਂ ਵੀ 500 ਰੁਪਈਏ ਵਿਆਜੀ ਫੜਿਆ ਹੋਇਆ ਜੇ। ਮੈਨੂੰ ਆਖਦਾ ਸੀ ਤੇਰੇ ਭਰਾ ਨਾਲ 17ਵੀਂ ਤੋਂ ਪਿੱਛੋਂ ਹੀ ਗੱਲ ਕਰੂੰ। ਮਹਿੰਦਰ ਨੇ ਇੱਕ ਹੋਰ ਭੇਦ ਇਸ ਤਰ੍ਹਾਂ ਅੱਗੇ ਖੋਲ੍ਹਿਆ ਕਿ ਜਿੱਥੇ ਮੱਥੇ ਵਿੱਚ ਕੁਝ ਪਟਕ ਕਰਕੇ ਮਾਰਿਆ ਹੋਵੇ। ਲਓ, ਹੋਰ ਸੁਣ ਲਓ। ਮੈਂ ਆਨਾ, ਸਭ ਪਾਸੇ ਦੇਣਾ ਹੀ ਦੇਣਾ। ਅਮਰੀਕ ਉੱਠ ਕੇ ਬੈਠ ਗਿਆ। ਪਹਿਲਾਂ ਤਾਂ ਉਹ ਗੁੱਸੇ ਵਿੱਚ ਭਰ ਗਿਆ, ਫਿਰ ਹੌਲੀ-ਹੌਲੀ ਉਹਦੇ ਮੱਥੇ ਦੀਆਂ ਕੱਸੀਆਂ ਹੋਈਆਂ ਨਾੜਾਂ ਜਿਹੜੀਆਂ ਸੀ ਢਿੱਲੀਆਂ ਪੈ ਗਈਆਂ। ਉਹ ਸੋਚਿਆ ਇਹ ਸਭ ਨੂੰ ਪ੍ਰਵਾਨ ਕਰਨਾ ਹੀ ਪੈਣਾ ਸੀ ਤੇ ਉਹ ਇੱਕ ਫਿੱਕਾ ਜਿਹਾ ਹੱਸ ਕੇ ਬੋਲਿਆ, ਉਹ ਬਾਬਾ,
ਇੱਥੋਂ ਇੱਕੋ ਵਾਰ ਦੱਸ ਦਿਓ ਕਿੱਦਾਂ ਕੀ ਦੇਣਾ ਹੈ, ਹੌਲੀ ਹੌਲੀ ਕਿਉਂ ਲੱਗੇ ਹੋ। ਅਤੇ ਫਿਰ ਉਹ ਆਪ ਹੀ ਬੋਲਿਆ, ਨਾਲੇ ਘਰ ਗੁਆਇਆ ਨਾਲੇ ਪੜੂਆ ਅਖਵਾਇਆ। ਲੋਕੀ ਸੌ ਗੱਲਾਂ ਕਰਦੇ ਨੇ, ਧਰਮ ਨਾਲ ਜੀ ਕਰਦਾ ਧਰਤੀ 'ਚ ਨਿੱਗਰ ਜਾਵਾਂ, ਧਰਤੀ ਦੇ ਵਿੱਚ ਮਤਲਬ ਦੱਬ ਜਾਵਾਂ। ਜਦੋਂ ਸੁਣੀਂਦਾ ਉਹ ਪੀ ਕੇ ਉਸ ਮੋੜ 'ਤੇ ਪਿਆ ਸੀ, ਕਦੀ ਉਸ ਮੋੜ 'ਤੇ। ਨਮੋਸ਼ੀ ਦੀ ਗੱਲ ਸੁਣਦਿਆਂ ਹੀ ਵੱਡੀ ਕੁੜੀ ਬੋਲੀ, ਸੱਚੀ ਭਾਅ ਜੀ, ਅਸੀਂ ਤੇ ਤੁਹਾਨੂੰ ਡਰਦੇ ਦੱਸਦੇ ਨਹੀਂ ਸੀ ਉਦੋਂ, ਭਾਈਆਂ ਤੇ ਹੁਣ ਸੱਚੀ ਪੁੱਠੇ ਕੰਮੀ ਉੱਤਰ ਆਇਆ ਸੀ। 2-3 ਮਹੀਨੇ ਹੋਏ ਘਰੋਂ ਪਤੀਲਾ ਚੁੱਕ ਕੇ ਆਪਣਾ ਵੇਚਣ ਤੁਰ ਗਿਆ ਸੀ, ਉਹ ਵੀ ਪੈਸੇ ਦੇ ਕੇ ਅਸੀਂ ਵਾਪਸ ਲਿੱਤਾ ਸੀ। ਅਮਰੀਕ ਨੂੰ ਇਹ ਧੱਕਾ ਲੱਗਿਆ ਜਦੋਂ ਉਸਨੂੰ ਪਤਾ ਲੱਗਿਆ ਕਿ ਇਹ ਵੀ ਹੋ ਚੁੱਕਿਆ ਸੀ। ਹੋ ਸਕਦਾ ਸੀ ਕਿ ਉਸਦਾ ਪਿਓ ਘਰ ਤੋਂ ਪਿੱਛੋਂ ਲੋਕਾਂ ਦੇ ਭਾਂਡੇ ਵੀ ਚੁੱਕਣੇ ਸ਼ੁਰੂ ਕਰ ਦਿੰਦਾ। ਅਤੇ ਇਹ ਸਭ ਕੁਝ ਸੋਚਦਿਆਂ ਹੋਇਆਂ ਉਹ ਜਿਵੇਂ ਨਮੋਸ਼ੀ ਵਿੱਚ ਗਰਕ ਹੁੰਦਾ ਜਾ ਰਿਹਾ ਸੀ। ਤੁਸੀਂ ਵੱਡੇ ਉਹਦੀਆਂ ਗੱਲਾਂ, ਉਹ ਤਾਂ ਚੈਂਚਲ ਦੀ ਹੱਟੀ 'ਤੇ ਜਾ ਕੇ ਵੜ ਕੇ ਕਈ ਵਾਰ ਨਸ਼ਾਵਰ ਵੀ ਲੈਂਦਾ ਸੀ, ਅਤੇ ਹੁਣ ਤਾਂ ਅਫੀਮ ਵੀ ਖਾਣੀ ਸ਼ੁਰੂ ਕਰ ਦਿੱਤੀ ਸੀ, ਉਸਦੀਆਂ ਗੋਲੀਆਂ ਵੀ ਖਾਂਦਾ ਸੀ, ਉਹ ਬੀੜਾ ਜਿਹਾ ਵੀ ਲੈਂਦਾ ਸੀ। ਮਹਿੰਦਰ ਦੀ ਇਹ ਗੱਲ ਸੁਣ ਕੇ ਅਮਰੀਕ ਨੇ ਸੋਚਿਆ, ਚੰਗਾ ਹੋਇਆ ਉਹਦੇ ਪਿਓ ਦੀਆਂ ਇਹ ਗੱਲਾਂ ਉਸ ਕੋਲੋਂ ਲੁਕੀਆਂ ਰਹੀਆਂ ਸਨ। ਇੰਝ ਉਹ ਸਰੇਆਮ ਨਹੀਂ ਸੀ ਕਰਦਾ। ਇਸ ਲਈ ਹੋ ਸਕਦਾ ਹੈ ਲੋਕਾਂ ਨੂੰ ਉਸ ਦੀਆਂ ਇਹਨਾਂ ਗੱਲਾਂ ਦਾ ਪਤਾ ਨਾ ਹੀ ਹੋਵੇ, ਅਤੇ ਉਹਦਾ ਪਿਓ ਸਰੇਆਮ ਭਾਂਡੇ ਚੁੱਕਦਾ, ਨਸ਼ਾਵਰ ਲੈਂਦਾ ਅਤੇ ਗੋਲੀਆਂ ਖਾ ਕੇ ਡਿੱਗਦਾ ਰਹਿੰਦਾ, ਤਾਂ ਉਹਨਾਂ ਦੇ ਪਰਿਵਾਰ ਦੀ ਕੋਈ ਇੱਜ਼ਤ ਰਹਿਣੀ ਸੀ ਭਲਾ। ਅੱਗੇ ਵੱਡੀ ਕੁੜੀ ਦੇ ਸਾਕ ਟੁੱਟਣ ਨਹੀਂ, ਯਾਨੀ ਕਿ ਉਹਦਾ ਰਿਸ਼ਤਾ ਟੁੱਟਣ ਦੀ ਨਮੋਸ਼ੀ ਨੇ ਉਹਦੀ ਜ਼ਮੀਰ ਨੂੰ ਤੁਰ ਅੰਦਰੋਂ ਜ਼ਖਮੀ ਕਰ ਦਿੱਤਾ ਹੋਇਆ ਸੀ। ਕਿਉਂ ਬੀਬੀ, ਠੀਕ ਗੱਲ ਹੈ। ਉਸ ਨੂੰ ਭਰੇ ਪੀਤੇ ਨੂੰ ਇਤਰਾਜ਼ ਸੀ ਕਿ ਉਹਦੀ ਮਾਂ ਨੇ ਉਸ ਨੂੰ ਰੁਪਏ ਕਰਜ਼ ਚੁੱਕਣ, ਜ਼ਮੀਨ ਗਹਿਣੇ ਪਾਉਣ ਅਤੇ ਇਸ ਤਰ੍ਹਾਂ ਦੇ ਉਹਦੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਉਸ ਨੂੰ ਕਿਉਂ ਨਹੀਂ ਸੀ ਦੱਸਿਆ। ਠੀਕ ਆ, ਹੋਰ ਝੂਠ ਥੋੜ੍ਹਾ ਹੈ। ਸਭ ਤੋਂ ਛੋਟੀ ਕੁੜੀ ਬੋਲ ਪਈ, ਇਸ ਹਿਸਾਬ ਨਾਲ ਤਾਂ ਜਿਹੜੀ 2 ਕਿੱਲੇ ਬਚਦੀ ਸੀ, ਜੇ ਜਿਉਂਦਾ ਰਹਿੰਦਾ ਤਾਂ ਉਹ ਵੀ ਗਹਿਣੇ ਪੈ ਜਾਣੀ ਸੀ ਅਤੇ ਪਿੱਛੇ ਰਹਿ ਜਾਣਾ ਸੀ। ਗੱਲ ਅਮਰੀਕ ਦੇ ਮੂੰਹ ਵਿੱਚ ਸੀ ਕਿ ਮਹਿੰਦਰ ਬੋਲ ਪਿਆ, ਪਿੱਛੇ ਰਹਿ ਜਾਣਾ ਸੀ ਠੁੰਨ ਗੋਪਾਲ, ਯਾਨੀ ਕਿ ਕੁਝ ਵੀ ਨਾ ਰਹਿ ਜਾਂਦਾ। ਮਹਿੰਦਰ ਗੱਲ ਕਰਕੇ ਫਿੱਕਾ ਜਿਹਾ ਹੱਸਿਆ। ਉਹਦੇ ਹਾਸੇ ਵਿੱਚ ਨਾ ਕੋਈ ਖੁਸ਼ੀ ਸੀ ਅਤੇ ਨਾ ਹੀ ਕੋਈ ਦਰਦ, ਅਜੀਬ ਤਰ੍ਹਾਂ ਦਾ ਇੱਕ ਬੇਰੰਗ ਹਾਸਾ। ਹਨੇਰੇ ਵਿੱਚ ਵੀ ਪਰਿਵਾਰ ਦੇ ਹਰ ਇੱਕ ਜੀਅ ਨੇ ਹੌਲੀ ਜਿਹੀ ਹੱਸੇ। ਇੰਝ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੀ ਗੱਲ ਸਰਬਸੰਮਤੀ ਨਾਲ ਪ੍ਰਵਾਨ ਸੀ, ਅਤੇ ਉਹ ਇਸ ਘਰ ਦੇ ਸਾਈਂ ਦੇ ਵੇਲੇ ਸਿਰ ਤੁਰ ਜਾਣ 'ਤੇ ਜਿਵੇਂ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ। ਬੱਚਿਓ, ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਦੇ ਅੰਗ ਸੰਗ ਕਹਾਣੀ ਦੇ ਪ੍ਰਸ਼ਨ ਉੱਤਰ ਭੇਜਾਂਗੀ।